ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਅੰਮ੍ਰਿਤ ਵੇਲੇ ਦੇ ਨਿਤਨੇਮ ਉਪਰੰਤ ਪਵਿੱਤਰ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਉਪਰੰਤ ਚੱਲ ਰਹੀ ਲੜੀਵਾਰ ਕਥਾ ਮੁਤਾਬਕ ਪਵਿੱਤਰ ਸ਼ਬਦ ਦਾ ਪਾਠ ਸਰਵਣ ਕੀਤਾ ਜੀ। ਆਓ ਮਨੋਬਿਰਤੀਆਂ ਗੁਰੂ ਚਰਨਾਂ ਨਾਲ ਜੋੜਦੇ ਹੋਏ ਗੁਰੂ ਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੀਏ ਬੁਲੰਦ। ਉਪਰੰਤ ਬਾਣੀ ਦੇ ਵਿਚਾਰ ਨਾਲ ਜੁੜਨਾ ਕਰਾਂਗੇ। ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਝ ਮਹੱਲਾ ਤੀਜਾ। ਆਪੇ ਰੰਗੇ ਸਹਿਜ ਸੁਭਾਏ ਗੁਰ ਕੈ ਸ਼ਬਦ ਹਰ ਰੰਗ ਚੜਾਏ। ਆਪੇ ਰੰਗੇ ਸਹਿਜ ਸੁਭਾਏ ਗੁਰ ਕੈ ਸ਼ਬਦ ਹਰ ਰੰਗ ਚੜਾਏ। ਮਨ ਤਨ ਰਤਾ ਰਸਨਾ ਰੰਗ ਚਲੋਲੀ ਪੈ ਭਾਏ ਰੰਗ ਚੜਾਵਣਿਆ। ਮਨ ਤਨ ਰਤਾ ਰਸਨਾ ਰੰਗ ਚਲੋਲੀ ਪੈ ਭਾਏ ਰੰਗ ਚੜਾਵਣਿਆ। ਹਉ ਵਾਰੀ ਜੀਉ ਵਾਰੀ ਨਿਰਭਉ ਮਨ ਵਸਾਵਣਿਆ। ਹਉ ਵਾਰੀ ਜੀਉ ਵਾਰੀ ਨਿਰਭਉ ਮਨ ਵਸਾਵਣਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਆਪ ਜੀ ਪਵਿੱਤਰ ਬਾਣੀ ਦੇ ਸ਼ਬਦ ਦਾ ਪਾਠ ਸਰਵਣ ਕਰ ਰਹੇ ਸੀ। ਇਹ ਪਵਿੱਤਰ ਬਚਨ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਰਾਗ ਮਾਝ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 114 ਉੱਪਰ ਸੁਭਾਏਮਾਨ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਉਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਦੀ ਸਿਫਤ ਕਰਦੇ ਹਨ ਕਿ ਜਿਨ੍ਹਾਂ 'ਤੇ ਉਸ ਦੀ ਨਜ਼ਰ ਹੋ ਜਾਂਦੀ ਹੈ, ਕਿਰਪਾ ਹੋ ਜਾਂਦੀ ਹੈ, ਉਹਨਾਂ 'ਤੇ ਫਿਰ ਕੀ ਬਖਸ਼ਿਸ਼ ਕਰਦਾ। ਜਿਹੜੇ ਉਹਨੂੰ ਭਾ ਜਾਂਦੇ ਆ, ਜਿਹੜੇ ਉਹਨੂੰ ਚੰਗੇ ਲੱਗ ਜਾਂਦੇ ਆ। ਮਾਝ ਮਹੱਲਾ ਤੀਜਾ। ਆਪੇ ਰੰਗੇ ਸਹਿਜ ਸੁਭਾਏ ਗੁਰ ਕੈ ਸ਼ਬਦ ਹਰ ਰੰਗ ਚੜਾਏ। ਜਿਹੜਾ ਪਰਮੇਸ਼ਰ ਨੇ ਆਪਣੇ ਹਿਸਾਬ ਨਾਲ ਸਿਸਟਮ ਬਣਾਇਆ ਵੀ ਮਿਲਣਾ ਗੁਰੂ ਦੇ ਰਾਹੀਂ ਹੈ, ਗੁਰੂ ਤੋਂ ਬਿਨਾਂ ਨਹੀਂ ਮਿਲ ਸਕਦਾ ਮੈਂ। ਪੁੱਛੋ ਬ੍ਰਹਮੈ ਨਾਰਦੈ ਗੁਰ ਬਿਨ ਤਰਿਆ ਨਾ ਕੋਏ। ਗੁਰੂ ਗੁਰੂ ਗੁਰ ਕਰਮਨ ਮੋਰ ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਕੀ ਟੇਕ ਰਹੋ ਦਿਨ ਰਾਤ ਜਾਂ ਕੀ ਕੋਈ ਨਾ ਮੇਟੈ ਦਾਤ। ਜੇ ਗੁਰੂ ਕਿਰਪਾ ਕਰੇ ਤੇ ਫਿਰ ਐਸੀ ਸੰਸਾਰ 'ਚ ਕੋਈ ਵੀ ਸ਼ਕਤੀ ਨਹੀਂ ਹੈ, ਕੋਈ ਦੇਵਤਾ ਦੇਵੀ ਦੇਵਤਾ ਨਹੀਂ ਹੈ, ਕੋਈ ਹਸਤੀ ਨਹੀਂ ਹੈ ਜਿਹੜੀ ਗੁਰੂ ਦੇ ਹੁਕਮ ਨੂੰ ਕੱਟ ਸਕੇ। ਔਰ ਗੁਰੂ ਦੀ ਗੱਲ ਪਰਮੇਸ਼ਰ ਮੰਨਦਾ।
ਤੇ ਜਿਹੜਾ ਜੀਵ ਗੁਰੂ ਦੇ ਲੜ ਲੱਗ ਕੇ ਗੁਰਮਤਿ ਮੁਤਾਬਕ ਚੱਲਦਾ ਹੈ, ਜਿਵੇਂ ਗੁਰੂ ਅਮਰਦਾਸ ਜੀ ਦੇ ਆਪਣੀ ਇਹ ਫੀਲਿੰਗ ਹੈ, ਉਹਨਾਂ ਦੇ ਆਪਣੇ ਅਨੁਭਵ ਹੈ, ਉਹਨਾਂ ਨੇ ਆਪਣੇ ਇਸ ਗੱਲ ਨੂੰ ਜਾਣਿਆ, ਜ਼ਿੰਦਗੀ ਵਿੱਚ ਹੰਢਾਇਆ ਹੈ। ਖੁਦ ਪਤਾ ਹੈ ਉਹਨਾਂ ਨੂੰ ਕਿ 60-65 ਸਾਲ ਉਹ ਗੁਰੂ ਕੋਲ ਨਹੀਂ ਆਏ ਤੇ ਜੀਵਨ 'ਚ ਕੋਈ ਘਟਨਾ ਨਹੀਂ ਘਟੀ, ਤੇ ਜਦੋਂ ਗੁਰੂ ਵਾਲੇ ਬਣੇ ਤੇ ਜੀਵਨ ਦੇ ਵਿੱਚ ਬਦਲਾਅ ਆਉਣਾ ਸ਼ੁਰੂ ਹੋਇਆ। ਇਹਦਾ ਮਤਲਬ ਗੁਰੂ ਦੀ ਕਿਰਪਾ। ਤਾਂ ਹੁਣ ਸਾਨੂੰ ਸਮਝਾਉਂਦੇ ਆ ਸਤਿਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਬਚਨਾਂ ਰਾਹੀਂ, ਗੁਰ ਕੈ ਸ਼ਬਦ ਹਰ ਰੰਗ ਚੜ੍ਹਾਏ। ਜਦੋਂ ਸਿੱਖ ਗੁਰੂ ਦੇ ਸ਼ਬਦ ਨਾਲ ਜੁੜ ਕੇ ਆਪਣੇ ਜੀਵਨ ਦੇ ਵਿੱਚ ਉਹਨੂੰ ਢਾਲਦਾ ਹੈ, ਭਾਵ ਗੁਰੂ ਦੇ ਹੁਕਮ ਨੂੰ ਮੰਨਦਾ, ਜਦੋਂ ਜਿਵੇਂ ਗੁਰੂ ਅਮਰਦਾਸ ਜੀ ਨੇ ਆਪ ਮੰਨਿਆ। ਇੱਕ ਦਿਨ ਕਿਹਾ ਸੀਗਾ, ਪੁਰਖਾ ਸਾਨੂੰ ਬਿਆਸਾ ਤੋਂ ਪਾਣੀ ਲਿਆ ਕੇ ਇਸ਼ਨਾਨ ਕਰਾਇਆ ਕਰ। ਬਸ ਫਿਰ ਚੱਲ 12 ਸਾਲ ਉਹਨਾਂ ਨੇ ਇਹੀ ਕੰਮ ਕੀਤਾ, ਜਿੰਨਾ ਚਿਰ ਉਹ ਘਟਨਾ ਨਹੀਂ ਘਟ ਗਈ ਕਿ ਇਹਨਾਂ ਦੇ ਵਿੱਚ ਸ਼ਕਤੀ ਵਰਤ ਗਈ। ਤਾਂ ਸਾਨੂੰ ਵੀ ਦੱਸਦੇ ਆ, ਸਿੱਖੋ ਗੁਰੂ ਦੀ ਗੱਲ ਮੰਨੋ, ਗੁਰੂ ਤੋਂ ਬਿਨਾਂ ਗੱਲ ਨਹੀਂ ਬਣਨੀ। ਪ੍ਰੀਤਮ ਜੀ ਕਹਿੰਦੇ, ਆਪੇ ਰੰਗੈ ਸਹਿਜ ਸੁਭਾਏ। ਫਿਰ ਪਰਮੇਸ਼ਰ ਨੇ ਸਹਿਜੇ ਹੀ, ਤੁਹਾਨੂੰ ਪਤਾ ਨਹੀਂ ਲੱਗਣ ਦੇਣਾ। ਸਹਿਜੇ ਹੁੰਦਾ ਪਤਾ ਹੀ ਨਾ ਲੱਗੇ ਵੀ ਕਦੋਂ ਕਿਹੜਾ ਕੰਮ ਹੋ ਗਿਆ। ਇੱਕ ਹੋਰ ਬਚਨ ਹੈ, ਸੰਸਾਰੀ ਤੌਰ 'ਤੇ ਵੀ ਕਿਸੇ ਬੱਚੇ ਬੱਚੀ ਦਾ ਸੰਯੋਗ ਨਹੀਂ ਬਣਦਾ ਤੇ ਗੁਰੂ ਕੋਲੇ ਅਸੀਂ ਆਉਣੇ ਆ, ਗੁਰੂ ਨੂੰ ਬੇਨਤੀ ਕਰਦੇ ਹਾਂ। ਗੁਰੂ ਕੀ ਕਹਿੰਦਾ, ਜੇ ਲੋੜੇ ਵਰ ਬਾਲੜੀਏ ਗੁਰ ਚਰਨੀ ਚਿਤ ਲਾਏ। ਰਾਮ ਸਦਾ ਹੋਵੇ ਸੁਹਾਗਣੀ ਹਰ ਜੀਉ ਮਰੇ ਨਾ ਜਾਏ। ਰਾਮ ਤੈਨੂੰ ਮੈਂ ਐਸਾ ਪਤੀ ਦਵਾ ਦਿਆਂ ਕਿ ਜਿਹੜਾ ਕਦੇ ਮਰੇ ਹੀ ਨਾ, ਪਰ ਤੂੰ ਗੁਰੂ ਦੀ ਗੱਲ ਸੁਣ। ਕਹੋ ਸਤਨਾਮ। ਗੁਰੂ ਕੀ ਕਹਿੰਦਾ, ਗੁਰੂ ਦੇ ਲੜ ਲੱਗ ਜੇ ਤੂੰ ਪਤੀ ਚਾਹੁੰਦੀ ਆ, ਸੰਸਾਰੀ ਤੌਰ 'ਤੇ ਤੇ ਅਧਿਆਤਮਕ ਤੌਰ 'ਤੇ ਆਤਮਾ ਨੂੰ ਪਰਮਾਤਮਾ ਦੇ ਮਿਲਾਪ ਦੀ ਜਦੋਂ ਲੋੜ ਹੁੰਦੀ ਹੈ। ਜਿਵੇਂ ਕੱਲ੍ਹ ਆਪਾਂ ਅੱਸੂ ਦੇ ਮਹੀਨੇ ਦੀ ਸੰਗਰਾਂਦ ਦੇ ਦੌਰਾਨ 12 ਮਾਹਾਂ 'ਚੋਂ ਬਚਨ ਸਰਵਣ ਕੀਤਾ ਸੀਗਾ, ਆ ਸੁਣ ਅਸੁਣ। ਅਸੁਣ ਦਾ ਮਤਲਬ ਹੈ ਆ ਸੁਣ, ਮੈਂ ਤੈਨੂੰ ਦੱਸਾਂ। ਅਸੁਣ ਪ੍ਰੇਮ ਅਮਾਹੜਾ ਕਿਉਂ ਮਿਲੀਐ ਹਰ ਜਾਏ। ਜੇ ਤੇਰੇ ਮਨ ਵਿੱਚ ਮਾਲਕ ਨੂੰ ਮਿਲਣ ਦੇ ਉਛਾਲੇ ਉੱਠਦੇ ਨੇ, ਫਿਰ ਆ ਮੈਂ ਤੈਨੂੰ ਦੱਸਾਂ ਤੂੰ ਕਿਵੇਂ ਮਾਲਕ ਨਾਲ ਮਿਲ ਸਕਦੀ ਹੈ। ਗੁਰੂ ਦੱਸਦਾ, ਸਿੱਖ ਦਾ A to Z ਸਾਰੇ ਕੰਮਾਂ ਦਾ ਮਾਰਗ ਦਰਸ਼ਨ ਗੁਰਬਾਣੀ ਕਰਦੀ ਆ, ਜੇ ਸਿੱਖ ਗੁਰਬਾਣੀ ਨੂੰ ਸਮਝੇ। ਪ੍ਰੀਤਮ ਜੀ ਕਹਿੰਦੇ, ਆਪੇ ਰੰਗੇ ਸਹਿਜ ਸੁਭਾਏ। ਉਹ ਆਪ ਕਿਰਪਾ ਕਰਕੇ ਸਿੱਖ ਨੂੰ ਆਪਣੇ ਰੰਗ ਵਿੱਚ ਰੰਗ ਲੈਂਦਾ। ਗੁਰ ਕੈ ਸ਼ਬਦ ਹਰ ਰੰਗ ਚੜ੍ਹਾਏ। ਗੁਰੂ ਦੇ ਬਹਾਨੇ ਜਿਹਨੂੰ ਗੁਰੂ ਤਾਰਦਾ। ਜਿਵੇਂ ਇੱਕ ਸੇਠ ਬੁੱਧੂ ਹੋਇਆ, ਬੁੱਧੂ ਦਾ ਆਵਾ ਸਾਖੀ ਆ, ਤੇ ਉਸ ਬੁੱਧੂ ਨੇ ਇੱਕ ਦਿਨ ਸਤਿਗੁਰੂ ਅਰਜਨ ਦੇਵ ਜੀ ਦੀ ਹਜ਼ੂਰੀ ਵਿੱਚ ਆ ਕੇ ਬੇਨਤੀ ਕੀਤੀ, ਪਾਤਸ਼ਾਹ ਮੈਂ ਆਵਾ ਪਾਇਆ। ਅੱਜ ਕੱਲ੍ਹ ਭੱਠਾ ਕਹਿੰਦੇ ਆਪਾਂ, ਉਦੋਂ ਆਵਾ ਕਹਿੰਦੇ ਸੀ। ਕਹਿੰਦਾ ਜੀ ਮੈਂ ਆਵਾ ਪਾਇਆ ਇੱਟਾਂ ਦਾ, ਤੇ ਕਿਰਪਾ ਕਰੋ ਮੇਰੀਆਂ ਇੱਟਾਂ ਵਧੀਆ ਪੱਕ ਜਾਣ। ਤੇ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਸਿੱਖਾ ਇੱਟਾਂ ਤਾਂ ਪੱਕ ਜਾਣਗੀਆਂ, ਪਰ ਤੈਨੂੰ ਸੇਵਾ ਕਰਨੀ ਪੈਣੀ ਆ। ਮਹਾਰਾਜ ਕਾਹਦੀ? ਸੰਗਤ ਨੂੰ ਲੰਗਰ ਛਕਾ ਦੀ। ਕਹਿਣ ਲੱਗਿਆ ਜੀ ਠੀਕ ਆ। ਤੋ ਇਹਨੇ ਇੱਟਾਂ ਆਵੇ ਵਿੱਚ ਚਣੀਆਂ, ਭੱਠੇ ਵਿੱਚ ਚਣੀਆਂ,
ਔਰ ਗੁਰੂ ਦਾ ਹੁਕਮ ਮੰਨ ਕੇ ਉਹਨੂੰ ਅੱਗ ਦੇ ਦਿੱਤੀ। ਤਪਦੀਆਂ ਰਹੀਆਂ ਇੱਟਾਂ, ਪੱਕਦੀਆਂ ਰਹੀਆਂ। ਸਮਾਂ ਜਦੋਂ ਪੂਰਾ ਹੁੰਦਾ ਇੱਟਾਂ ਦਾ, ਉਹ ਭੱਠੇ ਵਾਲਿਆਂ ਨੂੰ ਪਤਾ ਹੈ, ਉਹਨਾਂ ਨੇ ਇੱਟਾਂ ਖੋਲ੍ਹਣੀਆਂ ਸ਼ੁਰੂ ਕੀਤੀਆਂ। ਬੁੱਧੂ ਨੇ ਇੱਕ ਪਾਸਿਓਂ ਇੱਟਾਂ ਦਾ ਪਾੜ ਖੋਲ੍ਹਿਆ ਅਤੇ ਕੁਝ ਇੱਟਾਂ ਬਾਹਰ ਕੱਢ ਕੇ ਵੇਖੀਆਂ, 10-12 ਇੱਟਾਂ ਵਧੀਆ ਪੱਕੀਆਂ ਨਿਕਲੀਆਂ। ਹੁਣ ਸਮਾਂ ਆਇਆ ਗੁਰੂ ਦੇ ਹੁਕਮ ਨੂੰ ਮੰਨਣ ਦਾ, ਅਤੇ ਉਸ ਬੁੱਧੂ ਨੇ ਲੰਗਰ ਦਾ ਇੰਤਜ਼ਾਮ ਕੀਤਾ, ਸੰਗਤਾਂ ਨੂੰ ਸੱਦਾ ਦਿੱਤਾ ਲੰਗਰ ਛਕਣ ਵਾਸਤੇ। ਤਾਂ ਗੁਰੂ ਪਿਆਰੋ ਸੰਗਤਾਂ ਲੰਗਰ ਛਕਣ ਵਾਸਤੇ ਆ ਗਈਆਂ। ਲੰਗਰ ਛਕਾਉਣ ਲੱਗਿਆ ਅਤੇ ਉੱਧਰੋਂ ਗੇਟ ਬੰਦ ਕਰ ਲਿਆ। ਜੇ ਲੰਗਰ ਗੁਰੂ ਦਾ, ਪਰਮੇਸ਼ਰ ਦਾ, ਫਿਰ ਗੇਟ ਦਾ ਬੰਦ ਕਰਨ ਦਾ ਕੀ ਮਤਲਬ? ਪਤਾ ਨਹੀਂ ਕੌਣ ਕਦੋਂ ਆ ਸਕਦਾ। ਕਹੋ ਸਤਨਾਮ ਸ੍ਰੀ। ਕਹਿੰਦੇ ਉਹਨੇ ਗੇਟ ਬੰਦ ਕਰ ਲਿਆ ਅਤੇ ਲੰਗਰ ਛਕਾਤਾ। ਜਿੰਨੇ ਕੁ ਅੰਦਰ ਸੰਗਤ ਵੜ ਗਈ ਉਹਨਾਂ ਨੂੰ ਛਕਾ ਦਿੱਤਾ। ਅਤੇ ਉਸ ਤੋਂ ਬਾਅਦ ਕਹਿੰਦੇ ਸਤਿਗੁਰਾਂ ਦਾ ਇੱਕ ਬਹੁਤ ਹੀ ਪਿਆਰਾ ਸਿੱਖ ਹੈ, ਵੇਖਣ ਨੂੰ ਸਿੱਧਾ ਜਿਹਾ ਲੱਗਦਾ ਹੈ, ਪਰ ਅੰਦਰ ਬੜਾ ਭਜਨ ਬੰਦਗੀ ਹੈ। ਇਹਨੇ ਆ ਕੇ ਬਾਹਰ ਖੜਕਾਇਆ। ਪਤਾ ਲੱਗਿਆ ਵੀ ਉਹਨਾਂ ਦੇ ਘਰੇ ਲੰਗਰ ਹੈ, ਆਪਾਂ ਵੀ ਚੱਲਦੇ ਹਾਂ, ਛਕ ਕੇ ਆਉਣੇ ਆ। ਅਤੇ ਬੁੱਧੂ ਨੇ ਕਹਿੰਦੇ ਬਾਰ ਨਾ ਖੋਲ੍ਹਿਆ। ਇਹ ਬਾਹਰੋਂ ਬਾਰ ਖੜਕਾ ਰਿਹਾ ਕਿ ਬਾਰ ਖੋਲ੍ਹ, ਮੈਂ ਵੀ ਲੰਗਰ ਛਕਣਾ ਹੈ, ਪਰ ਉਹਨੇ ਬਾਰ ਨਾ ਖੋਲ੍ਹਿਆ। ਅਖੀਰ ਅਰਦਾਸ ਹੋਣ ਲੱਗੀ ਅਤੇ ਉਹ ਅਰਦਾਸੀਆ ਅੰਦਰੋਂ ਅਰਦਾਸ ਕਰੀ ਜਾਂਦਾ, ਬੁੱਧੂ ਦਾ ਆਵਾ ਪੱਕਾ। ਮਹਾਰਾਜ ਤੁਸੀਂ ਕਿਰਪਾ ਕੀਤੀ, ਸੰਗਤ ਦੀ ਸੇਵਾ ਕੀਤੀ ਲੰਗਰ ਨਾਲ, ਬੁੱਧੂ ਦਾ ਆਵਾ ਪੱਕਾ ਨਿਕਲੇ ਹੁਣ ਪੂਰਾ। ਪਰ ਬਾਹਰ ਖੜ੍ਹੇ ਸਿੱਖ ਨੂੰ ਬਾਹਰ ਨਹੀਂ ਖੋਲ੍ਹਿਆ। ਬਾਹਰਲਾ ਸਿੱਖ ਕਹਿੰਦਾ ਬੁੱਧੂ ਦਾ ਆਵਾ ਕੱਚਾ। ਉਹ ਅੰਦਰ ਸੁਣ ਗਿਆ ਅਰਦਾਸੀਏ ਨੂੰ। ਉਹਨੇ ਫੇਰ ਕਿਹਾ ਮਹਾਰਾਜ ਕਿਰਪਾ ਕਰਿਓ, ਬੁੱਧੂ ਦਾ ਆਵਾ ਪੱਕਾ ਨਿਕਲੇ। ਬਾਹਰਲਾ ਸਿੱਖ ਕਹਿੰਦਾ ਕੱਚਾ। ਉਹਨੇ ਤੀਜੀ ਵਾਰ ਜਦ ਕਿਹਾ ਅਤੇ ਬਾਹਰਲੇ ਸਿੱਖ ਨੇ ਵੀ ਤੀਜੀ ਵਾਰ ਫਿਰ ਕਹਿਤਾ ਕੱਚਾ ਕੱਚਾ ਕੱਚਾ। ਅਰਦਾਸ ਪੂਰੀ ਹੋਈ। ਉਹਨਾਂ ਨੇ ਗੱਲ ਆਈ ਗਈ ਕਰਤੀ, ਚੱਲ ਇਹ ਕਮਲਾ, ਇਹਨੂੰ ਕੀ ਕਹਿਣਾ। ਗੁਰੂ ਦੇ ਬਚਨਾਂ ਨੂੰ ਸਿੱਖ ਥੋੜ੍ਹਾ ਲੱਦ ਸਕਦਾ। ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤੇ ਆਏ, ਸਿੱਧੇ ਜਿਹੇ ਸਿੱਖ ਨੂੰ ਕੀ ਪਤਾ। ਲੰਗਰ ਸਮਾਪਤ ਹੋਇਆ। ਉਸੇ ਗੁਰੂ ਕਾ ਅਨੰਨ ਪਿਆਰਾ ਚਲਿਆ ਗਿਆ। ਹੁਣ ਬੁੱਧੂ ਬੜੇ ਚਾਅ ਦੇ ਨਾਲ ਜਾ ਕੇ ਆਵੇ ਨੂੰ, ਭੱਠੇ ਨੂੰ ਖੋਲ੍ਹਦਾ ਅਤੇ ਉਹਦੇ ਵਿੱਚੋਂ ਇੱਟਾਂ ਕੱਢਣੀਆਂ ਸ਼ੁਰੂ ਕੀਤੀਆਂ ਅਤੇ ਸਾਰੀਆਂ ਪਿੱਲੀਆਂ। ਪਹਿਲਾਂ ਕੱਢ ਕੇ ਦੇਖ ਲਈਆਂ ਸੀ, 10-12 ਇੱਟਾਂ ਵਧੀਆ ਨਿਕਲੀਆਂ ਸੀ। ਪਰ ਇਹ ਘਟਨਾ ਘਟਣ ਤੋਂ ਬਾਅਦ ਜਦ ਆਵਾ ਖੋਲ੍ਹਿਆ ਸਾਰਾ ਅਤੇ ਵਿੱਚੋਂ ਇੱਟਾਂ ਸਾਰੀਆਂ ਪਿੱਲੀਆਂ ਨਿਕਲੀਆਂ। ਉਹ ਰੋਵੇ, ਕਿਉਂਕਿ ਕਰਜ਼ਾ ਚੱਕ ਕੇ ਉਸ ਨੇ ਆਵਾ ਤਿਆਰ ਕੀਤਾ ਸੀਗਾ, ਮਜ਼ਦੂਰੀਆਂ ਦਿੱਤੀਆਂ। ਅਤੇ ਰੋਂਦਾ ਹੋਇਆ ਗੁਰੂ ਸਾਹਿਬ ਕੋਲ ਆ ਗਿਆ। ਕਹਿੰਦਾ ਮਹਾਰਾਜ ਜੀ ਤੁਹਾਨੂੰ ਮੈਂ ਬੇਨਤੀ ਕੀਤੀ ਸੀ, ਮੇਰਾ ਆਵਾ ਪੱਕ ਜੇ। ਤੁਸੀਂ ਕਿਹਾ ਸੀਗਾ ਲੰਗਰ ਛਕਾ ਦੀ, ਮੈਂ ਲੰਗਰ ਵੀ ਛਕਾਤਾ ਅਤੇ ਮੇਰਾ ਤਾਂ ਆਵਾ ਹੀ ਕੱਚਾ ਨਿਕਲ ਗਿਆ। ਕਹੋ ਸਤਨਾਮ। ਹੁਣ ਮੈਂ ਕੀ ਕਰਾਂ? ਸਾਰੀਆਂ ਇੱਟਾਂ ਪਿੱਲੀਆਂ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਸਿੱਖਾ ਤੂੰ ਕੋਈ ਗਲਤੀ ਕਰ ਲਈ ਹੋਣੀ ਆ। ਨਹੀਂ ਮਹਾਰਾਜ, ਮੈਂ ਸਾਰੀ ਸੰਗਤ ਨੂੰ ਲੰਗਰ ਛਕਾਇਆ। ਕਹਿੰਦੇ ਲੰਗਰ ਛਕਾਉਣ ਵੇਲੇ ਕੋਈ ਗਲਤੀ ਹੋ ਗਈ ਹੋਣੀ ਹੈ। ਕਹਿੰਦੇ ਨਹੀਂ ਜੀ। ਕਹਿੰਦੇ ਦੇਖ ਲਾ, ਪਤਾ ਤਾਂ ਸਾਨੂੰ ਹੈਗਾ। ਤੂੰ ਲੰਗਰ ਛਕਾਉਣ ਵੇਲੇ ਗਲਤੀ ਕੀਤੀ ਕਿ ਘਰ ਦਾ ਗੇਟ ਬੰਦ ਕਰ ਲਿਆ। ਅਤੇ ਇੱਕ ਸਿੱਖ ਨੇ ਆ ਕੇ ਬਾਹਰ ਖੜਕਾਇਆ ਸੀਗਾ। ਹਾਂਜੀ, ਉਹ ਸਿੱਧਾ ਜਿਹਾ ਫਲਾਨਾ ਸਿੱਖ ਆਇਆ ਸੀਗਾ। ਕਹਿੰਦੇ ਫਿਰ ਉਹਨੂੰ ਬਾਹਰ ਕਿਉਂ ਨਹੀਂ ਖੋਲ੍ਹਿਆ? ਤੂੰ ਬਾਹਰ ਪਹਿਲੀ ਗੱਲ ਤਾਂ ਬੰਦ ਨਹੀਂ ਕਰਨਾ ਸੀ, ਚੱਲ ਬੰਦ ਵੀ ਕਰ ਲਿਆ, ਖੋਲ੍ਹ ਦੇਣਾ ਸੀ, ਉਹਨੂੰ ਪ੍ਰਸ਼ਾਦਾ ਛਕਾ ਦਿੰਦਾ। ਮਹਾਰਾਜ ਜੀ ਉਹਦੇ ਨੂੰ ਪ੍ਰਸ਼ਾਦਾ ਵਰਤ ਗਿਆ ਸੀਗਾ, ਫਿਰ ਮੈਂ ਬਾਹਰ ਨਹੀਂ ਖੋਲ੍ਹਿਆ। ਕਹਿੰਦੇ ਫਿਰ ਹੁਣ ਤਾਂ ਪਿੱਲਾ ਹੀ ਰਹੂਗਾ। ਉਹਨੇ ਕੱਚਾ ਕਹਿਤਾ, ਕੱਚਾ ਹੀ ਰਹੂਗਾ। ਉਹ ਹੁਣ ਪੁੱਛਦਾ ਬੁੱਧੂ ਸੇਠ, ਬੁੱਧੂ ਸ਼ਾਹ ਆਵੇ ਵਾਲਾ, ਵੀ ਤੁਹਾਡੇ ਬਚਨਾਂ ਨੂੰ ਸਿੱਖ ਕਿਵੇਂ ਟਾਲ ਸਕਦਾ? ਮਹਾਰਾਜ ਤੁਹਾਡਾ ਬਚਨ ਵੱਡਾ ਕਿ ਸਿੱਖ ਦਾ? ਹੁਣ ਜਿੱਥੇ ਪਰਮੇਸ਼ਰ ਵੱਲੋਂ ਵਾਚ ਲਿਖਿਆ ਹੈ
मेरी बांधी भगत छड़ावै, बांधै भगत न छूटै मोहे, एक समय मोह को गह बांधे, तौफन मोह पै जवाब न होए। यही घटना गुरु ते गुरु दे अनन्य प्यारे सिखां दी भी है। जे दिल्ली की संगत ने कह दिता नहीं साक लैना चंदू का, तो पंजवें पातशाह शहीदी तक पहुँच गए, साक नहीं लिया। गुरु अर्जन देव महाराज जी कहते सिखा तू बहुत वड्डी गलती की है, हुण उस सिख का वचन पूरा होगा, मेरा नहीं हुंदा। कोई सतनाम श्री तो उन्होंने प्रशादा नहीं छकाया। महाराज सिख का वचन किवें पूरा हो, तुसीं वड्डे क्यों वड्डे? पातशाह कहते मैथों मेरे सिख वड्डे आ। बाबे बुढ़े नूं वडियाई दित्ती, साईं मियाँ मीर नूं वडियाई दित्ती न्यों रखण वास्ते हरमंदर साहब दी। वो भी सिख सी, पंजवें पातशाह जी का सेवक सीगा। तो इस करके पातशाह कहते भाई मेरे सिख वड्डे आ। महाराज मैं तो मर गया, रोन लगे, मेरे तो कर्जा चढ़ गया सिर के उत्ते, हुण मैं की करूँगा, मैं कर्जा किवें लाहूँगा? गुरु अर्जन देव जी कहने भी कुछ नहीं हो सकता। जो बाहलियां मिन्नतां करन लग्या तो सतगुरु दया दे घर च आए, कहते वेख भी रहणगियां तां पिल्लियां ही, पर एक वचन होर कर दिंदे आ, गाहां तो इहो जी गलती ना करी, तेरियां कच्चियां पिल्लियां इट्टां भी पक्कियां दे भाव विक जाणगियां। जदों भी कोई गाहक आवे वो तो एक नंबर की इट का मुल मंगी, उन्होंने कह दे भी पक्के दे भाव वेचनियां, जमां पिल्लियां मेरियां, तां कहो सतनाम श्री। उहदे कोले बहुत गाहक आउंदे आ, इट्टां वेखदे आ, पिल्लियां दस बई की भाव लाएगा? कहना पक्के दे भाव मिलणगियां। काफ़ी समा लंघ गया तो दूजे सारे आवियां दीयां इट्टां विक गईयां, कल्ले इहदे आवे दीयां इट्टां पईयां न, क्यों कोई लग्या नहीं गा। पिल्लियां इट्टां पक्के दे भाव वेचण नूं फिरदा, कौन लवे? हुण पक्की इट किसे कोले भी नहीं। बारिशां दी रुत्त आ गई, मीहां दी रुत्त आ गई, अचानचक सरकार नूं, मुगल सरकार नूं जिन्हां दा उस वेले राज सीगा, एक सरां बनाउण दी लोड़ पै गई, किला बनाउण दी लोड़ पै गई। कहो सतनाम श्री। बिल्डिंग बनाउण दी लोड़ पै गई। सेंटर चों हुक्म आया भी फलाने थां जल्दी तो जल्दी एक सरां जां किला तैयार किया जाए, न्यों रखी जाए। जिवें मंत्री तां नींह पत्थरी रखिया करदे आ ना, न्यों रखी जाए, काम शुरू कराया जाए। हुण जिहड़े मंत्री नूं, जिहड़े सूबेदार नूं हुक्म आया, वो इट्टां लभण लग्या, इट्टां कितों मिलना उसनूं, ते इट्टां केवल बुद्धू दे आवे दियां पईयां, जिहड़ियां उहने बेचियां नहीं। कहे तां पिल्लियां, वो कहे मैं तां पक्कियां दे पैसे लैणे आ। ते उहदे बंदे चलदे चलदे इट्टां लभदे लभदे बुद्धू कोले पहुँच गए। कहंदे मित्रा इट्टां लैके जाणियां। वो कहंदा लै जाओ, की भाव लाएगा? कहंदा पक्की दा रेट लगूगा। वो कहने पिल्लियां है, भावें जमा पिल्लियां, मैं पक्के दे भाव बेचूंगा। कहो सतनाम श्री। वो कहने यार देख तां लै पहला, पिल्लियां इट्टां तेरियां। कहने जमा पिल्लियां मैनू भी दिसदियां, मैं तां पक्कियां दे पैसे लैणे आ। गुरु अर्जन पातशाह ने कहा सीगा कि पक्कियां दे भाव वका देंगे, थोड़ा धीरज रखी। कहो सतनाम श्री। ते अज वो मंत्रियों नूं जदों कितों इट्टां ना मिलियां, सूबेदारां नूं उन्होंने सलाह की यार पिल्लियां इट्टां आपां न्यों च पा दिओ, एक बारी सेंटर का हुक्म मन के काम चला दिओ, न्यों पत्थर रख दिओ। न्यों दे विच किहड़ा हवा लगदी है? कुछ नहीं हुंदा इन्हां नूं, इन्हां नूं थल्ले न्यों च पा देंगे सारियां नूं। एक बारी उहदा हुक्म, क्योंकि सेंटर का हुक्म चढ़ गया तो जल्दी पूरा करना पैंदा मंत्रियों नूं। ते उन्होंने बुद्धू नूं फिर पक्कियां इट्टां दे पैसे दे के वो सारियां इट्टां लिजा के उस बिल्डिंग की न्यों च पातियां। कहो सतनाम से। न्यों च पै जांदियां, उत्थे जिथे हवा ना लगे उत्थे पिल्ली इट खराब नहीं हुंदी, कुछ नहीं हुंदा उहनूं। तो इस करके जे गुरु चाहे तो रब भी गल नहीं मोड़ सकता। जे सिख नाम जपण वाला बचन कर देवे तो गुरु नूं भी वो पूरा करना पैंदा, गुरु भी मोड़ नहीं सकता। कहो सतनाम से। गुरु भी नहीं मोड़दा फिर वो बचन जे सिख कह देवे। इस करके
आपे रंगे सहज सुभाए गुर कै शब्द हर रंग चढ़ाए। ਜਦੋਂ ਕੋਈ ਗੁਰੂ ਦੀ ਗੱਲ ਮੰਨ ਕੇ ਚੱਲਦਾ ਫਿਰ ਸਿੱਖ ਦਾ ਕੀਤਾ ਬਚਨ ਵੀ ਜਿਹੜਾ ਉਹ ਮੁੜਦਾ ਨਹੀਂ, ਆਲਾ ਨਹੀਂ ਜਾਂਦਾ। ਮਨ ਤਨ ਰਤਾ ਰਸਨਾ ਰੰਗ ਚਲੋਲੀ। ਕਿੰਨਾ ਦਾ ਬਚਨ ਨਹੀਂ ਮੁੜਦਾ? ਕਿੰਨਾ ਦੀ ਗੱਲ ਹੈ? ਜਣੇ ਖਣਿਆਂ ਦੀ, ਸਾਰਿਆਂ ਦੀ? ਕਹਿੰਦੇ ਨਹੀਂ। ਜਿਨ੍ਹਾਂ ਦਾ ਮਨ ਤਨ ਰੱਬ ਦੇ ਰੰਗ ਵਿੱਚ ਰੰਗਿਆ ਹੋਇਆ, ਜਿਨ੍ਹਾਂ ਸਾਸ ਗਿਰਾਸ ਨ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਉਹਨਾਂ ਦਾ ਉਹ ਸਾਧ ਜੇ ਬੋਲਣ ਸਹਿ ਸੁਭਾਏ, ਸਾਧਕਾ ਬੋਲਿਆ ਬਿਰਥਾ ਨ ਜਾਏ। ਇਹ ਉਹਨਾਂ ਦੀ ਗੱਲ ਆ। ਕਹੋ ਸਤਨਾਮ। ਮਨ ਤਨ ਰੱਤਾ, ਜਿਨ੍ਹਾਂ ਦਾ ਤਨ ਤੇ ਮਨ ਉਸ ਪਰਮੇਸ਼ਰ ਦੇ ਰੰਗ ਵਿੱਚ ਰੰਗਿਆ ਹੋਇਆ। ਰਸਨਾ ਰੰਗ ਚਲੂਲੀ, ਜਿਨ੍ਹਾਂ ਦੀ ਰਸਨਾ ਨੂੰ ਨਾਮ ਦਾ ਰੰਗ ਚੜ੍ਹਿਆ ਹੋਇਆ। ਚਲੂਲਾ ਕੀ ਹੁੰਦਾ? ਲਾਲ ਸੂਹਾ, ਜਿਵੇਂ ਆਪਾਂ ਕਹੀਏ ਬਹੁਤ ਪੱਕਾ। ਕੱਲਾ ਲਾਲ ਕਹਿ ਦਿਓ, ਪਰ ਜਦੋਂ ਕੋਈ ਬਹੁਤਾ ਗੂੜਾ ਰੰਗ ਹੋਵੇ ਉਹਨੂੰ ਕਹਿਣੀ ਹੈ ਤਾਂ ਲਾਲ ਸੂਹਾ ਰੰਗ ਚੜ੍ਹ ਗਿਆ। ਕਹੋ ਸਤਨਾਮ। ਪੱਕਾ ਰੰਗ ਚੜ੍ਹ ਗਿਆ, ਉਹਨੂੰ ਕਹਿੰਦੇ ਆ ਲਾਲ ਸੂਹਾ। ਚਲੂਲੇ ਦਾ ਮਤਲਬ ਗੂੜਾ ਰੰਗ। ਜਦੋਂ ਸਾਡੀ ਰਸਨਾ ਤੇ ਪਰਮੇਸ਼ਰ ਦੇ ਨਾਮ ਦਾ ਰੰਗ ਚੜ੍ਹ ਜਾਂਦਾ, ਬਿਨਾਂ ਕਹੇ ਤੋਂ ਹੀ ਕਹੀ ਜਾਂਦੀ ਹੈ ਵਾਹਿਗੁਰੂ 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 ਵਾਹਿਗੁਰੂ। ਤੁਸੀਂ ਨਾ ਕਹੋਗੇ, ਤੁਸੀਂ ਸੁਣੋਗੇ ਵੀ ਹੈ ਇਹ ਮੇਰੀ ਜੀਭ ਕੰਬਦੀ ਕਿਉਂ ਰਹਿੰਦੀ ਆ। ਅਸਲ ਵਿੱਚ ਇੰਨਾ ਰੰਗ ਚੜ੍ਹ ਜਾਂਦਾ ਜੀਭ ਤੇ ਕਿ ਇਹ ਬਿਨਾਂ ਕਹੇ ਤੋਂ ਹੀ ਹੁਣ ਆਟੋਮੈਟਿਕ ਹੀ ਹੋ ਗਈ। ਆਟੋਮੈਟਿਕ ਹੀ ਹੁੰਦਾ, ਆਪੇ ਕੰਮ ਕਰਨਾ। ਜੀਵ ਆਟੋਮੈਟਿਕ ਹੋ ਜਾਵੇ, ਜਿਨ੍ਹਾਂ ਦੀ ਪਰਮੇਸ਼ਰ ਦੇ ਰੰਗ ਵਿੱਚ ਰੰਗੀ ਜਾਵੇ, ਜਿਹੜੀ 24 ਘੰਟੇ ਚੱਤੋ ਪਹਿਰ ਵਾਹਿਗੁਰੂ ਵਾਹਿਗੁਰੂ ਜਪਦੀ ਰਵੇ, ਉਹ ਰਸਨਾ ਨੂੰ ਕਿਹਾ ਰੰਗ ਚਲੂਲੀ। ਮਨ ਤਨ ਰੱਤਾ ਰਸਨਾ ਰੰਗ ਚਲੂਲੀ, ਭੈ ਭਾਏ ਰੰਗ ਚੜਾਵਣਿਆ। ਉਹ ਮਨੁੱਖ, ਉਹ ਸਿੱਖ, ਉਹ ਭਗਤ, ਉਹ ਨਾਮ ਜਪਣ ਵਾਲੀ ਰੂਹ, ਮਨੁੱਖ ਹੋਵੇ ਜਾਂ ਇਸਤਰੀ ਹੋਵੇ, ਕੋਈ ਵੀ ਹੋਵੇ, ਇਹ ਦੋਨਾਂ ਦੀ ਗੱਲ ਆ। ਇਹ ਮਾਨਸ ਜਾਮੇ ਦੀ ਗੱਲ ਆ। ਤਾਂ ਉਹਨਾਂ ਤੇ ਰੰਗ ਫਿਰ ਰੰਗ ਚੜਾ ਦਿੰਦਾ ਪਰਮੇਸ਼ਰ, ਰੰਗ ਚੜਾ ਦਿੰਦਾ। ਪਰ ਸ਼ਰਤ ਹੈ ਗੁਰੂ ਦੀ ਗੱਲ ਮੰਨੀ ਜਾਵੇ। ਗੁਰ ਕੈ ਸ਼ਬਦ ਹਰ ਰੰਗ ਚੜਾਏ, ਮਨ ਤਾਂ ਰੱਤਾ ਰਸਨਾ ਰੰਗ ਚਲੋਲੀ, ਭੈ ਭਾਏ ਰੰਗ ਚੜਾਵਣਿਆ। ਗੁਰੂ ਦੇ ਡਰ ਅੰਦਰ, ਗੁਰੂ ਦੇ ਭੈ ਅੰਦਰ, ਤੇ ਗੁਰੂ ਦੇ ਨਾਲ ਪ੍ਰੇਮ ਕਰਕੇ ਜਿਹੜੇ ਜਪਦੇ ਆ, ਇਹ ਉਹਨਾਂ ਦੀ ਗੱਲ ਹੈ। ਜਿਹੜੇ ਗੁਰੂ ਦੀ ਗੱਲ ਮੰਨਦੇ ਆ, ਗੁਰੂ ਦੇ ਡਰ ਅੰਦਰ ਲੈਂਦੇ ਆ, ਗੁਰੂ ਨਾਲ ਪ੍ਰੇਮ ਕਰਦੇ ਆ, ਪਿਆਰ ਕਰਦੇ ਆ, ਇਹ ਉਹਨਾਂ ਦੀ ਗੱਲ ਹੈ। ਭੈ ਭਾਏ ਰੰਗ ਚੜਾਵਣਿਆ, ਹਉ ਵਾਰੀ ਜੀਓ ਵਾਰੀ। ਤੀਸਰੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਜਿਨ੍ਹਾਂ 'ਤੇ ਇਹ ਰੰਗ ਚੜ੍ਹਿਆ, ਇਹ ਉਹਨਾਂ ਨੇ ਆਪਣੀ ਫੀਲਿੰਗ, ਆਪਣੇ ਜੀਵਨ ਦਾ ਅਨੁਭਵ ਬਾਣੀ ਵਿੱਚ ਲਾਹਿਆ। ਕਹੋ ਸਤਨਾਮ। ਉਹਨਾਂ ਨੇ ਇਹ ਕੀਤਾ ਹੈ ਕੰਮ। ਉਹਨਾਂ 'ਤੇ ਸਤਿਗੁਰੂ ਅੰਗਦ ਦੇਵ ਜੀ ਦੇ ਬਚਨਾਂ ਦਾ ਅਸਰ ਹੋਇਆ ਅਤੇ ਉਹਨਾਂ ਨੇ ਲਗਾਤਾਰ ਜਪਿਆ 24 ਘੰਟੇ ਚੱਤੋ ਪਹਿਰ, 12 ਸਾਲ ਲਗਾਤਾਰ ਪਾਣੀ ਦੀ ਸੇਵਾ ਕੀਤੀ ਆ ਜਿਨ੍ਹਾਂ ਨੇ। ਇਹ ਉਹਨਾਂ ਦੀ ਗੱਲ ਹੈ ਅਤੇ ਉਹ ਸਾਨੂੰ ਵੀ ਇਹ ਗਿਆਨ ਦਿੰਦੇ ਆ, ਸਿੱਖੋ ਗੁਰੂ ਅਨੁਸਾਰ ਚੱਲੋ। ਰੱਬ ਵੀ ਮੋੜ ਨਹੀਂ ਸਕਦਾ ਗੁਰੂ ਦਾ ਬਚਨ। ਕਹੋ ਸਤਨਾਮ। ਆਪੇ ਰੰਗੇ, ਇੱਥੇ ਆਪੇ ਪਰਮੇਸ਼ਰ ਨੂੰ ਕਿਹਾ, ਆਪੇ ਰੰਗੈ ਸਹਿਜ ਸੁਭਾਏ, ਗੁਰ ਕੈ ਸ਼ਬਦ ਹਰ ਰੰਗ ਚੜਾਏ। ਮਨ ਤਨ ਰੱਤਾ ਰਸਨਾ ਰੰਗ ਚਲੋਲੀ, ਭੈ ਭਾਏ ਰੰਗ ਚੜਾਵਣਿਆ। ਜਿਹੜੀ ਉਸ ਦੇ ਭੈ ਅੰਦਰ ਤੇ ਪ੍ਰੇਮ ਅੰਦਰ ਵਿਚਰਦੇ ਹੈ, ਉਹਦੇ ਰੰਗ ਵਿੱਚ ਰਹਿੰਦੇ ਹਨ, ਉਹਨਾਂ ਦੇ ਉੱਤੇ ਉਹਦਾ ਰੰਗ ਚੜ੍ਹ ਜਾਂਦਾ, ਫਿਰ ਲਹਿੰਦਾ ਨਹੀਂ। ਮਜੀਠ ਦਾ ਰੰਗ, ਪੱਕਾ ਰੰਗ। ਪ੍ਰੀਤਮ ਜੀ ਕਹਿੰਦੇ, ਹਉ ਵਾਰੀ ਜੀਓ ਵਾਰੀ, ਨਿਰਭਉ ਮਨ ਵਸਾਵਣਿਆ। ਮੈਂ ਬਲਿਹਾਰੇ ਜਾਵਾਂ, ਬਾਰ ਬਾਰ ਬਲਿਹਾਰੇ ਜਾਵਾਂ ਉਸ ਨਿਰਭਉ ਨਿਰਵੈਰ ਪਰਮੇਸ਼ਰ ਦੇ। ਮੈਂ ਬਲਿਹਾਰੇ ਜਾਵਾਂ ਬਾਰ ਬਾਰ ਉਸ ਨਿਰਭਉ ਨਿਰਵੈਰ ਪਰਮੇਸ਼ਰ ਦੇ।
ਤੇ ਮੈਂ ਬਲਿਹਾਰੇ ਜਾਵਾਂ ਉਹਨਾਂ ਸਰੀਰਾਂ ਦੇ ਜਿਨ੍ਹਾਂ ਨੇ ਹਿਰਦੇ ਵਿੱਚ ਵਸਾ ਲਿਆ। ਕਹੋ ਸਤਿਨਾਮ। ਮਨ ਵਸਾਵਨਿਆ ਜਿਨ੍ਹਾਂ ਨੇ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਜਿਨ੍ਹਾਂ ਨੇ ਨਿਰਭਉ ਪਰਮੇਸ਼ਰ ਨੂੰ ਸਿਮਰਿਆ ਉਹਨਾਂ ਦੇ ਸਾਰੇ ਭਉ ਖਤਮ ਹੋ ਗਏ, ਉਹਨਾਂ ਦੇ ਸਾਰੇ ਡਰ ਖਤਮ ਹੋ ਗਏ, ਉਹ ਪਰਮੇਸ਼ਰ ਵਿੱਚ ਇੱਕ ਮਿਕ ਹੋ ਗਏ। ਪ੍ਰੀਤਮ ਜੀ ਕਹਿੰਦੇ ਨਿਰਭਉ ਮਨ ਵਸਾਵਣਿਆ, ਤੇ ਉਸ ਨਿਰਭਉ ਨੂੰ ਜਪਣ ਦਾ ਢੰਗ ਵੀ ਗੁਰੂ ਨੂੰ ਪੁੱਛਣਾ ਚਾਹੀਦਾ। ਭਾਵ ਕਈ ਕਹਿੰਦੇ ਆ ਅਜਪਣਾ ਹੀ ਆ, ਜਪੀ ਚੱਲੋ, ਅੰਮ੍ਰਿਤ ਛਕਣ ਨੂੰ ਕੀ ਹੈ, ਦਿਲ ਸਾਫ਼ ਹੋਣਾ ਚਾਹੀਦਾ। ਪਰ ਗੁਰਬਾਣੀ ਕਹਿੰਦੀ ਗੁਰੂ ਵਾਲੇ ਬਣਨਾ ਚਾਹੀਦਾ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਕੀ ਟੇਕ ਰਹੋ ਦਿਨ ਰਾਤ, ਜਾਂ ਕੀ ਕੋਈ ਨਾ ਮੇਟੈ ਦਾਤ। ਕਈ ਵਾਰੀ ਅਸੀਂ ਕਹਿੰਦੇ ਹਾਂ ਕੰਮਾਂ 'ਚ ਵਿਘਨ ਪੈ ਗਿਆ, ਆਹ ਫਲਾਨਾ ਕੰਮ ਕਰ ਲਓ, ਫਲਾਨੀ ਪੂਜਾ ਕਰ ਲਓ, ਫਲਾਨਾ ਕੰਮ ਕਰ ਲਓ। ਪਰ ਪਾਤਸ਼ਾਹ ਕਹਿੰਦੇ ਗੁਰੂ ਦੇ ਲੜ ਲੱਗ ਜਾਓ, ਕਿਸੇ ਕੰਮ 'ਚ ਡਿੱਕਾ ਨਹੀਂ ਪੈਂਦਾ। ਕਹੋ ਸਤਿਨਾਮ। ਸਾਰੇ ਵਿਘਨ ਖਤਮ ਹੋ ਜਾਂਦੇ ਆ। ਕੋਟ ਵਿਘਨ ਤਿਸ ਲਾਗਤੇ ਜਿਸਨੋਂ ਵਿਸਰੈ ਨਾਉ। ਜਿਨ੍ਹਾਂ ਨੂੰ ਨਾਮ ਵਿਸਰ ਗਿਆ ਉਹਨਾਂ ਨੂੰ ਵਿਘਨ ਲੱਗਦੇ ਆ, ਜਿਨ੍ਹਾਂ ਨੂੰ ਨਾਮ ਨਹੀਂ ਵਿਸਰਦਾ ਉਹਨਾਂ ਨੂੰ ਨਹੀਂ ਲੱਗਦੇ। ਤਾਂ ਮੇਰੇ ਪ੍ਰੀਤਮ ਜੀ ਅੱਗੇ ਬਖਸ਼ਿਸ਼ ਕਰਦੇ ਹਨ, ਗੁਰ ਕਿਰਪਾ ਤੇ ਹਰ ਨਿਰਭਉ ਧਿਆਇਆ, ਵਿਖ ਭੌਜਨ ਸ਼ਬਦ ਤਰਾਵਣਿਆ। ਤੁਸੀਂ ਸੰਸਾਰ ਦੀ ਗੱਲ ਤਾਂ ਛੱਡੋ, ਤੁਹਾਨੂੰ ਸੰਸਾਰ ਸਮੁੰਦਰ ਤੋਂ ਵੀ ਪਾਰ ਲਾ ਦੂਗਾ। ਸੰਸਾਰ ਦੀ ਨਦੀ ਤਾਂ ਗੱਲ ਹੀ ਕਿਆ ਹੈ, ਜੋ ਸੰਸਾਰ ਸਮੁੰਦਰ ਭਾਵ ਜੰਮਣ ਮਰਨ ਦਾ ਚੱਕਰ ਹੈ ਜਿਹੜਾ, ਇਹਦੇ ਵਿੱਚੋਂ ਕੱਢ ਕੇ ਵੀ ਪਰਮੇਸ਼ਰ ਵਿੱਚ ਮਿਲਾ ਦੂਗਾ। ਇੰਨੀ ਪਾਵਰ ਉਹ ਰੱਖਦਾ ਹੈ। ਜਿਸ ਤਰ੍ਹਾਂ ਇੱਕ ਛੋਟੀ ਜਿਹੀ ਕਹਾਣੀ ਹੈ ਕਿ ਇੱਕ ਮੰਦਰ ਦੇ ਵਿੱਚ ਕਥਾ ਚੱਲ ਰਹੀ ਸੀ, ਤੇ ਰੋਜ਼ਾਨਾ ਇੱਕ ਗਵਾਲਣ ਇੱਕ ਪਿੰਡੋਂ ਦੁੱਧ ਵੇਚਣ ਆਉਂਦੀ ਹੈ, ਤੁਰ ਕੇ ਆਉਂਦੀ ਹੈ, ਸਿਰ ਤੇ ਦੋਹਣਾ ਚੱਕ ਕੇ। ਰਸਤੇ ਵਿੱਚ ਇੱਕ ਨਦੀ ਪੈਂਦੀ ਹੈ। ਵੈਸੇ ਤਾਂ ਉਹ ਸ਼ਹਿਰ ਉਹਦੇ ਪਿੰਡ ਦੇ ਜਮਾਂ ਸਾਹਮਣੇ ਹੈ, ਪਰ ਉਹਨੂੰ ਸ਼ਹਿਰ ਵਿੱਚ ਆਉਣ ਵਾਸਤੇ ਚੱਕਰ ਖਾ ਕੇ 2-2.5 ਕਿਲੋਮੀਟਰ ਦਾ ਫੇਰ ਆਉਣਾ ਪੈਂਦਾ। 2 ਕਿਲੋਮੀਟਰ ਇੱਧਰ ਜਾਂਦੀ ਹੈ, ਫਿਰ ਘੁੰਮ ਕੇ ਇੱਧਰ ਨੂੰ ਆਉਂਦੀ ਹੈ। ਉਹ ਕਿਤੇ ਮੁੜਦੀ ਹੋਈ ਨੇ, ਕਿਤੇ ਆਉਂਦੀ ਜਾਂਦੀ ਨੇ ਸੁਣ ਲਈ ਕਥਾ। ਕਥਾ ਚੱਲ ਰਹੀ ਸੀ, ਜਿਹੜੇ ਰਾਮ ਰਾਮ ਜਪਦੇ ਆ ਉਹ ਭਵ ਸਾਗਰ ਤੋਂ ਪਾਰ ਹੋ ਜਾਂਦੇ ਆ। ਕਹੋ ਸਤਿਨਾਮ ਸੀ। ਉਹਨੇ ਗੱਲ ਜਦੋਂ ਸੁਣੀ ਕਥਾਵਾਚਕ ਦੇ ਜਾਂ ਬ੍ਰਾਹਮਣ ਦੇ ਪੰਡਤ ਦੇ ਮੁਖੋਂ, ਜੋ ਕਥਾ ਉੱਥੇ ਚੱਲ ਰਹੀ ਸੀ ਪ੍ਰਚਾਰਕ ਤੋਂ, ਉਹ ਭੋਲੀ ਭਾਈ ਲਈ ਨੇ ਦਿਮਾਗ ਦੇ ਵਿੱਚ ਇਹ ਗੱਲ ਲਾ ਲਈ ਵੀ ਜੇ ਕੋਈ ਸੰਸਾਰ ਸਮੁੰਦਰ ਤੋਂ ਰਾਮ ਜਪ ਕੇ ਪਾਰ ਹੋ ਸਕਦਾ ਹੈ, ਆਹ ਨਦੀ ਤਾਂ ਛੋਟੀ ਜੀ ਆ। ਕਹੋ ਸਤਿਨਾਮ ਸੀ। ਫਿਰ ਕਿਉਂ ਨਾ ਰਾਮ ਰਾਮ ਜਪ ਕੇ ਮੈਂ ਇਹ ਤੋਂ ਪਾਰ ਹੀ ਹੋ ਜਿਆ ਕਰਾਂ, ਸਿੱਧਾ ਹੀ ਰਸਤਾ ਹੋ ਜਾਊਗਾ। ਪੁੱਲ ਦੂਰ ਦੀ ਪੈਂਦਾ, ਲੋੜ ਕਾਢ ਦੀ ਮਾਂ ਹੈ। ਕਈ ਵਾਰੀ ਇਹ ਵੀ ਕਹਿੰਦੇ ਆ, ਅੱਜ ਤੱਕ ਮਨੁੱਖ ਨੇ ਜੋ ਕੁਝ ਦੁਨੀਆ ਵਿੱਚ ਤਿਆਰ ਕੀਤਾ ਆਦਿਵਾਸੀਆਂ ਤੋਂ ਲੈ ਕੇ ਅੱਜ ਤੱਕ, ਉਹ ਲੋੜ ਦੇ ਮੁਤਾਬਕ ਹੀ ਕਾਢਾਂ ਨਿਕਲੀਆਂ। ਇਹ ਪਰਮੇਸ਼ਰ ਹੀ ਕਾਢ ਕੱਢਦਾ। ਇਹ ਬੀਬੀ ਦੀ ਵੀ ਲੋੜ ਸੀ ਵੀ ਕਿੱਥੇ 5-4 ਕਿਲੋਮੀਟਰ ਘੁੰਮ ਕੇ ਆਉਣੇ ਆ, ਸਿੱਧੇ ਆ ਜਾਇਆ ਕਰਾਂਗੇ, ਰਾਮ ਰਾਮ ਜਪਿਆ ਕਰੀਏ। ਉਹਨੇ ਰਾਮ ਰਾਮ ਜਪਣਾ ਸ਼ੁਰੂ ਕੀਤਾ ਬੜੀ ਭਾਵਨਾ ਦੇ ਨਾਲ। ਔਰ ਇੱਕ ਦਿਨ ਫਿਰ ਉਸਨੇ ਦੇਖਿਆ ਕਿ ਦੇਖੀਏ ਭਲਾ ਰਾਮ ਰਾਮ ਜਪ ਕੇ ਟੱਪੀਏ, ਤੇ ਜਦੋਂ ਉਸਨੇ ਪੈਰ ਧਰਿਆ ਪਾਣੀ 'ਤੇ ਉਹਨੂੰ ਕੋਈ ਫਰਕ ਹੀ ਨਹੀਂ ਪਿਆਗਾ, ਉਸੇ ਤਰ੍ਹਾਂ ਟੱਪ ਗਈ ਜਿਵੇਂ ਧਰਤੀ ਤੋਂ ਟੱਪੀ ਦਾ। ਕਹੋ ਸਤਿਨਾਮ ਸ੍ਰੀ। ਹੁਣ ਉਹਦਾ ਵਿਸ਼ਵਾਸ ਹੋਰ ਵੀ ਪੱਕਾ ਹੋ ਗਿਆ। ਪੱਕੇ ਵਿਸ਼ਵਾਸ ਦੀ ਜੜਰਾਡੇ ਦੀ ਗੱਲ ਹੈ। ਕਹਿੰਦੇ ਉਹ ਰੋਜ਼ਾਨਾ ਹੀ ਉਸ ਤਰ੍ਹਾਂ ਰਾਮ ਰਾਮ ਜਪਣ ਲੱਗੀ 24 ਘੰਟੇ, ਤੇ ਉਵੇਂ ਟੱਪ ਜਿਆ ਕਰੇ, ਸਿੱਧੀ ਦੁੱਧ ਵੇਚ ਕੇ ਮੁੜ ਜਿਆ ਕਰੇ। ਇੱਕ ਦਿਨ ਫੁਰਨਾ ਬਣਿਆ ਬਈ ਜਿਸ ਨੇ ਮੈਨੂੰ ਗੱਲ ਦੱਸੀ ਆ, ਮੈਂ ਉਹਦਾ ਧੰਨਵਾਦ ਤਾਂ ਕਰਾਂ, ਸ਼ੁਕਰੀਆ ਕਰਾਂ। ਤੇ ਜਾਂਦੀ ਜਾਂਦੀ ਉਸ ਮੰਦਰ ਵਿੱਚ ਖੜ੍ਹ ਗਈ। ਉਸ ਪ੍ਰਚਾਰਕ ਨੂੰ, ਉਸ ਕਥਾਵਾਚਕ ਨੂੰ, ਉਸ ਬ੍ਰਾਹਮਣ ਨੂੰ, ਪੰਡਤ ਨੂੰ, ਜੋ ਵੀ ਸੀ ਉਹਨੂੰ ਮਿਲੀ। ਕਹਿਣ ਲੱਗੀ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਕਹਿੰਦੇ ਕਿਉਂ? ਬਾਬਾ ਜੀ ਤੁਸੀਂ ਇੱਕ ਗੱਲ ਦੱਸੀ ਸੀ ਇੱਕ ਦਿਨ ਕਥਾ 'ਚ, ਮੈਨੇ ਬੜੀ ਫਿੱਟ ਬੈਠੀ, ਤੇ ਮੈਂ ਤੁਹਾਨੂੰ ਜਲ ਪਾਣੀ ਛਕਾਉਣਾ ਚਾਹੁੰਦੀ ਹਾਂ।
घरे चलोगे? कहन लगे चल वड़ते हैं। तो प्रोग्राम बना के समा बना के एक दिन वो नाल तुर पिया तो बीबी पुल कन्नी जाने की बजाय सीधी नदी नूं हो गई। वो कहते ब्राह्मण बेचारा आसे पासे झाके भी इधर कोई पुल पल भी है नहीं, किश्तियां वाले भी कोई है नहीं, इधर किधर दी जावांगे। जो नदी के किनारे ते पहुंची तो बीबी ने पैर धरता। वो कहता ठहर ठहर माई डुबना तो नहीं, मैनू भी मारेंगी तो आप भी मरेंगी, ये डुबना है, ये डूंगी बहुत है। तो उत्थे वो खड़ गई। इत्थे है भावना की गल, मैं पिछे पढ़िया सीगा, भै ते भाए उस निरभौ नूं प्रेम नाल ते भौ उहदे डर विच रहिंदियां होइयां उहनूं सिमरिया जावे। गुर किरपा ते हर निरभौ ध्याया। जब निरभौ नूं सिमरिया भौ खत्म हो गए। विख भौजल शब्द तरावणिया, ये संसार रूपी जहर दे सागर तो भी उत्तों दी टप जावेगा। संसार समुंदर नूं पार कर सकदा है, पर जे उहदे भै अंदर रह के प्रेम दे नाल उहनूं जपिया जावे। हुण की होया? वो कहन लग्या बीबी की करदी आ, तू डुब जावेंगी, मैनू भी डुबेंगी। वो कहन लगी बाबा जी तुसीं ये गल दसी सी मैनू भी जे कोई नाम जपदा है तो भव सागर नूं पार कर जांदा है। ये तो निक्की जी नदी आ ते नाले उदण दी मैं तो रोज़ इहदे उत्तों दी टपदी आ, मैं तो रोज़ इहदे उत्तों दी टपदी आ। पहला मैं वो उधरले पुल उत्तों दी आउंदी सी, पर जिद्दण तुसीं कहा सीगा कि राम राम जप के भव सागर नूं पार कर जाईदा है, तो मैं सोचा तो बहुत सौखा काम हो गया, तो मैं तो उधर की सीधी टपदी हाँ। तो वह प्रचारक वो पंडित जिहड़ा सी वो बीबी दे पैरी पै गया। कहने बीबी तू भरोसा करके देख लिया, असी केवल कहण वाले ही हाँ। तो कहण तो भाव है भरोसे की बड़ी लोड़ है। जिन्हों ने भरोसा किया, प्रेम किया, उहदे भै अंदर रह के चलना किया, उन्हां दी गल है। बाबा जी कहते गुर कै शब्द हर रंग चढ़ाए, मनता रत्ता रसना रंग चलोली। जिन्हां दा मन ते तन परमेश्वर दे रंग विच रंगिया गया, उन्हां दी रसना परमेश्वर दे रंग विच रंगी गई। नित जिहड़े वाहिगुरू वाहिगुरू जपदे हन, मनता रत्ता रसना रंग चलोली। भै भाए रंग चढ़ावणिया, हों वारी जियो वारी निरभौ मन वसावणिया। गुर किरपा ते हर निरभौ ध्याया, विख भौजल शब्द तरावणिया। हुण विख दा सागर किहड़ा है? विख दा मतलब है जहर। ते मनुख दे अंदर पंजां विकारां ने जहर भर दिता। ईरखा दोई दवैत निंदा चुगली साड़ा। धर्मां दीयां धर्मां नाल लड़ाइयां हो रहीआं, मनुख दे विच जहर भर दिता। इस जहर नूं परमेश्वर दा नाम खत्म करदा है। जिवें भाई कन्हैये विचों ही निकल गया, कहो सतनाम श्री, सारियां विचों दिसन लग्या। घट घट में हरजू बसै, ना काहू से दोस्ती ना काहू से बैर। ये भी एक वड्डा सागर है, इहदे विचों साडा निकलना मुश्किल होया पिया। तो संसार समुंदर जिहड़ा जहर दा भरिया होया, ये भी कथा आउंदी है वेदां ग्रंथां दे विच। बई जदों जीव संसार नूं छड्ड के परमेश्वर वल जांदा है ते जिहड़ा नाम नहीं जपदा उस नूं वैतरनी नदी चों लंघाया जांदा, जिहदे विच बेअंत जहर है, जिहदे विच बेअंत लहू पून दी नदी है, उहदे विचों टप्पना पैंदा बार बार। असल दे विच 84 लाख जून है जिहड़ी ये लहू पून दी नदी है। तुसीं जद मझ जां गां सूंदी आ देखी होनी आ, जदों बच्चा जन्म लैंदा है तो उहदे नाल कितना पानी लहू आदि निकलदा। कहो सतनाम, ये नदियां हन लहू पौंदियां। ये जी बार बार इन्हां टेढ़ियां जूनां 'च पैंदा है। जदों गुरु वाला बन जाता है फिर जमना ही नहीं पैंदा, ये नदी दे उत्तों दी टप जाता है, परमेश्वर विच मिल जाता है। ये साइंटिफिक गल्लां लिखियां बाणी दे विच। ਇਹਦਾ मतलब ये नहीं कि किते कोई नदी है लहू पौंदी उत्थों टप्पना पैंदा जीव आत्मा नूं। हाँ ये है 84 लाख जून, ये लहू पौंदी नदी है, ये विख सागर है, ये जहरां दा सागर है। ਇਹਦੇ ਵਿੱਚੋਂ जीव नूं गुरु कढ लैंदा। गुर किरपा ते हर निरभौ ध्याया, विख भौजल शब्द तरावणिया। इस संसार समुंदर चों
गुरु का शब्द कढ़ के लै जाता है रहाओ। ये तो गुरमुखां की गल सी ना, रहाओ तो अगे गल चलती है मनमुखां की। मनमुख मुग्ध करे चतुराई, पर जिहड़ा मनमत करदा है, मन दे मगर लगदा है, वो चलाकियां करदा है। वो चलाकी नाल सियाणप नाल टप्पना चाहुंदा है, पर सियाणप नाल कोई पार नहीं होया। सहस सियाणपा लख होवे तां इक न चलै नाल। किन्ना भी सियाणा होवे, नदी नूं तां किश्ती नाल जां पुल दे नाल ही पार किया जाऊगा ना, उत्थे सियाणप थोड़ा चलूगी। जिहड़ा सिस्टम परमेश्वर ने बनाया उहनूं वरतना पैना, कुदरत के सिस्टम नूं। तां जिन्हां ने संसारी तौर पर रहिंदियां होइयां नाम जपिया परमेश्वर का, उन्हां नूं संसार समुंदर चों पार करता। पर जिन्हां ने मनमत की, मनमर्जी की, मनमुख मुग्ध करे चतुराई, नहाता धोता थाए ना पाई। जे कोई कहे कि मैं बहुत बड़ा धर्मी हाँ, इत्थे पता नहीं उन्होंने कौन प्रवान होंदा। उस परमेश्वर दर ते भोले भाले जिहड़े बाहरों लगते हैं, ये सिधरे हैं, असल विच उन्हां दे विच जे परमेश्वर वसिया होवे, वो नाम नाल जुड़े होण ते बाहरों भोला अंदरों सियाणा हो जाता। वो अंदरों सियाणा बाहरों भोला, आसारी वार का वचन है। तो इस तरह गुरु प्यारो वो प्रवान हो जाते हैं। मनमुख मुग्ध करे चतुराई, नहाता धोता थाए ना पाई। ते जेड़ा कहे कि हंकार करे कि मेरे वर्गा धर्मी कोई नहीं, पर कुछ समय के लिए धर्मी है, धार्मिक स्थान पर बैठा धर्मी दिसदा, बाहर निकल के वो फिर उही संसार विच वरत जाता है, ठगियां चोरियां दे विच चल पैंदा है। उहनूं कदे भी कहने पार उतारा नहीं हुंदा, वो परमेश्वर विच नहीं मिल सकता। जिस तरह पातशाह का वचन है, सीस नवाया किया थिया जां हृदय कसुद्धै जाए। जे साडा हिरदा साफ नहीं होया तो फिर मत्थे टेकन नाल भी कोई फर्क नहीं पैणागा, जे अंदरों साफ नहीं होई। गल अंदरों साफ करन दी है, जे अंदरों साफ नहीं होए तो फिर गल नहीं बननी। सतगुर की प्रतीत न आईया, गुरु ते भरोसा नहीं करता। शब्द न लागो भाओ, शब्द नाल जुड़दा नहीं, उसनों सुख न उपजै। 100 गेड़ा आओ जाओ, भावें वो 100 वारी आवे ते जावे, पर जे शब्द नाल नहीं जुड़दा फिर वो कदे भी प्रवान नहीं हुंदा। गुरु कृपा करन। मेरे प्रीतम जी कहते, मनमुख मुग्ध करे चतुराई, नहाता धोता थाए न पाई। जेहा आया तेहा जासी, कर अवगण पछोतावनी। जेहा आया भाव जिहो जिहा जन्म लिया, मनुखा जामा लिया, बड़ा कीमती सीगा, पर वो जिहड़े मारे सुभाਅ सी पिछले, जिन्हां जूनां चों निकल के आया, कई जन्म पे कीट पतंगा, कई जन्म गा जमीन कुरंगा, कई जन्म पंखी सर्प होयो, कई जन्म हैबर बिरख जोयो। इन्हां जूनां दे सुभाਅ नाल चक लिआया। आ तुसीं तड़के चिट्टे कपड़े पाए आ ना, पर दिने तुसीं संसार विच विचरे, किते गए कदे किते गए, ते आथन नूं इह तुहाडा कपड़ा जिहड़ा काला हो जाता है, मैला हो जाता है, मैलां लग जांदियां। इसे तरह साडी आत्मा कई जूनां विचों लंघी ते साडे मन ते बहुत सारियां मैलां लग गईयां। मैलां दा भाव इत्थे है कि उन्हां चीज़ां दा सुभाਅ चक लिआया। कोई कौड़ा है, कोई लालची आ, कोई लोभी आ, कोई हंकारी आ, कोई क्रोधी आ, कोई कामी आ। ये उन्हां टेढ़ियां जूनां दा असर है। असल दे विच कहो सतनाम श्री। जन्म जन्म की इस मन को मल लागी, काला हुआ शिया। ते जन्मां जन्मांतरां दी मैल लगी ते काला शाह हो गया। धोती खनली धोती उजली ना हो गई, वो कोलू दी लीर जिवें गच हो जाती है हथ पूंजदियां तेल नाल, ते कोलू वाला उहनूं दूजे दिन अग विच पा के साड़ ही दिंदा, फिर नवीं लैंदा, वो पुरानी काम नहीं दिंदी। इस तरह गुरु कहंदा, आ तेरी मत मैं साड़ दियां, दुनिया कियां वडियाइयां अग्नि मैं पागो, ज्यों मिले प्यारा अपना ते बोल करागो। जिमें अपना मालक मिल सकता वो वचन बोलो, संसार दियां वडियाइयां अग च पा दिओ। इस करके पातशाह जी कहने सिखो, आओ गुरु दे लड़ लगीए। ये मन मत ने पार नहीं लाउणा,
नहीं तो फिर जिहा आया तेहा जासी, टेढ़ियां जूना चों कढ़ के बंदा बनाया सीगा, सारी उम्र उदां ही लगा दी, गुरु वाला नहीं बनिया तो मरदा होया जिथे भी मोह पिया उत्थे फस गया। किस तरह? अंतकाल जे लक्ष्मी सिमरे ऐसी चिंता में जे मरे, सर्प जोन बल बल अवतरे। भगत त्रिलोचन जी कहते, इन्हां दा बचन है गुरबाणी विच। त्रिलोचन भगत, पंत जी भगत, नामदेव जी इन्हां भगतां दे समकाली होए। जे मनुख मरदा होया कहता हाय मेरी माया मैं मसां जोड़ी सी, इहदा की बनूगा? महाराज जी कहते माया संभालनी है तो जा हीरे जवाहरातां च वग जा, तैनूं सप बना दिन्ने आ। कहो सतनाम। क्योंकि ही जिहड़ा सप है या किरली है ना, ये चमकदी चीज़ नूं मूँह मारदे आ, इन्हां दी आदत हुंदी है। मतलब जिधर चमक है उधर जाते हैं, ताइयों बल्बां दीवियां ते किरलियां आउंदियां। कहो सतनाम श्री। ते सप नूं फिर कित्थे भेजता? हीरे जवाहरातां दे खजानिਆਂ 'ਚ। सियाणे बंदे कहते हैं कि उत्थे बड़े सप रहिंदे जिथे खजाने हुंदे आ। पर टेढ़ी जून में चलिया गया ना बंदा, जपना सी नाम पर मरदा मरदा कहना मैं माया संभालनी सी, कहने चंगा सप बन जा। अड़ी बाई गोबिंद नाम मत विसरै। अंतकाल मंदिर सिमरै, मरदा होया कहना हाय मेरा घर मैं कोठी मसां पाई सी, हुण मेरा की बनूगा? पातशाह कहने मैं तैनू आप दे नाल मिलाउण वास्ते बंदा बनाया सी, पर जे तू इसे कोठी च रहना तो भूत प्रेत बन के तुरिया फिर। कहो सतनाम। उड़दा फिर। और गुरु प्यारो, इतिहास दसदा है कि देश विच संसार विच बेअंत इहो जे बंगले कोठियां खाली पईयां, जिन्हां दे विचों इहो जिहियां चीज़ां दीयां आवाज़ां आउंदियां। बाणी मनदी आ असल विच उन्हां कोठियां बंगलियां दे मालक उन्हां विच ही भूत प्रेत बन के वसे होए है। हुण ना तो वो शब्द सुनते हैं तो ना उन्हां दा उधार हुंदा है, क्योंकि साडी आत्मा शब्द है। उन्हां नूं गंढ पै गई कोठी दी, शब्द नूं शब्द घटदा है, तो जिन्ना चिर शब्द दे कोल नहीं आउंदे उन्हां दी गंढ नहीं खुलदी, उन्हां दा ओह फुरना खत्म नहीं हुंदा ते उन्हां दी मुक्ति नहीं हुंदी। इसे करके शब्द नाल जोड़िया सानू कि जे मरदा होया वाहिगुरू राम परमेश्वर का नाम लवेगा, किसी तरह भी अपने धर्म मुताबक उसकी मुक्ति हो सकती है। जे मरदा होया कहना हाय मैं मर गया मेरे बच्चों का की बनूगा, तो फिर अंतकाल जे लड़के सिमरे ऐसी चिंता में जे मरे, तो सूकर जोन होए बल बल उतरे। फिर टेढ़ी जून भी चलिया गया, सूर की जूनी भी चलिया गया। बच्चे पालने हैं ना, सब तो ज़्यादा बच्चे सूरी दे हुंदे आ। कहो सतनाम। क्योंकि जो मांगे ठाकुर अपने ते सोई सोई देवै। ये केवल वो नहीं है भी तुसी अरदास करके जो मंगदे हो, यही गल है। शरीर छड्डण वेले भी जीव आत्मा ने जिहड़ा फुरना चक्किया उहदे मुताबक अगला जन्म भी दिंदा है। कहो सतनाम श्री। इत्थे भी अरदास करदे आ, जो मंगदे हो मिलदा है। पर यह गल केवल इत्थों तक सीमित नहीं, ये अगे भी चलती है कि मरदा होया भी रब तो जो मंगदा है आखिरी आखिरी ख्याल। जिवें संसार दे विच किसी नूं फांसी दिंदी है सरकार, वो कहंदे आ हुण तू जो आखिरी ख्वाहिश है पूरी कर ला। कहो सतनाम। इवें आखिरी ख्वाहिश परमेश्वर भी पूरी करदा। अंतकाल जे लड़के सिमरे ऐसी चिंता में जे मरे, सूकर जोन बल बल उतरे। एक कृष्ण जी की गीता दे विच भी चीज़ां भरियां होईयां, उत्थे भी एक है गर्भ गीता। उन्हां दी गीता विच है गर्भ गीता। उस गर्भ गीता का मतलब है कि मनुख किहड़े गर्भ दे विच क्यों जांदा, भाव किहड़ी जून विच क्यों जांदा, उहदा की कारण बनदा। अंतकाल जे इस्त्री सिमरे ऐसी चिंता में जे मरे, हाय मैं मर गया मेरी घरवाली का की बनूगा। मरदे हुए किसी इस्त्री का फुरना आ गया, किसी भी इस्त्री का आ गया, चाहे घरवाली का चाहे किसी थर्ड परसन का, इस्त्री का फुरना आया तो परमेश्वर कहें तेनों इस्त्री चंगी लगती है, चल तेनों इस्त्री बना दिने आ। कहो सतनाम। बेसभा जोन होए बल बल उतरे। फिर महाराज की करिए,
गुरु पातशाह नूं पुछिए ते त्रिलोचन जी ने आखिरी फिर शब्द विच इहदा हल भी दसिया, अंत काल नारायण सिमरे। जे मरदा होया परमेश्वर नूं सिमरेगा, बादत त्रिलोचन तेरन मुक्ता, वो जीव मुक्त होगा। पीतंबर सुनहरी स्वरूप वाला परमेश्वर, पीत हुंदा पीला, अंबर हुंदा कपड़ा, तो सुनहरी स्वरूप परमेश्वर का मन्निया गया। वो सुनहरी स्वरूप वाला परमेश्वर जदों अखीर ते तुहाडे दिमाग विच वसिया होया, पीतंबर वाकै हिरदे वसै, वो अपने देश लै जाऊगा। 10वें पातशाह वादा करदे अपनी बचना विच, एक चीत जे एक छिन ध्यायो, काल फास के बीच न आयो। सिखा जे तू मरदा मरदा भी मैनू याद कर गया तो मैं तैनू अपने देश लै जाऊँगा, तैनू छड्डूंगा नहीं। हरगोबिंद साहब महाराज जी दे कोल बहुत छोटा जिहा बच्चा एक आया, पठान आए सी भर्ती होने वास्ते गुरु पातशाह की फौज विच। बाकी पठानां नूं तां पातशाह ने नहीं रखिया, पर एक छोटा जिहा बच्चा सीगा जिहदे माँ प्यो गुजर गए सीगे, वो अपने मामे नाल आया सीगा। ते पातशाह कहने भी ये बच्चा किहदा? कहने जी ये बच्चा तो नानके पलदा, इहदा माँ प्यो गुजर गया। कहने चल फिर ये सानू दे जो, कोई सतनाम इनू असी पालांगे। पैंदे खान नूं पा लिया, वर्जिशां कराइयां, कसरतां कराइयां, खुराकां दित्तियां। पातशाह जी ने पूरा जोर लाता इस पैंदे खान के शरीर नूं बनाउण ते, और इन्नी ताकत दे दित्ती कि घोड़े की लगाम फड़ के रोक लैंदा सी, उहनूं भज्जण नहीं सी दिंदा। दोनों घोड़ियां नूं फड़ के आए, इन्ना जोर सीगा कि उन्हां दे मत्थे पड़ा सकदा सीगा। हाथी जिन्नी ताकत पैंदे खान च आ गई। जदों कोई चंगी वस्तु आउणी, चंगा शस्त्र आउणा, सतगुरां ने पैंदे खान नूं दे देना। सिखां ने सोचा भी गुरु साहब इन्ने कोए ते खुश हो जाते हैं, कमाल की गल है। अखीर एक बार जी आखिरी जंग हुई सतगुरां दे नाल, पैंदे खान की जंग हुई। असल च पठान जंग करन आए सी, ते पैंदे खान जिहड़ा सीगा उन्हां समयां विच पातशाह नाल गुस्से सीगा, क्योंकि पातशाह जी ने इस नूं कुछ वस्तुआं दित्तियां बई आह वस्त्र, आ पोशाक पा के, आ शस्त्र पा के, आ घोड़े ते चढ़ के तू आया कर। एक उहनूं बाज देता। तो इस तरह गुरु प्यारे हो, तो वह जिहड़ा बाज सीगा उहदा जवाई लै गया, वो शस्त्र वस्त्र ते घोड़ा भी उहदा जवाई लै गया। तो मुड़ के वो आया ना, कई दिन पुछया भी समान कित्थे आ, तो उहने दसिया नहीं चज नाल भी आह गल होई। घर वाली का जोर पै गया उस ते, कहनी कोई गल नहीं, जवाई अपना पुत्तां वर्गा, कोई गल नहीं, तू कहता बुढ़ा हो गया हुण तू की करना, दे दे इनू समान, कहो सत। ते गुरु साहब का गुस्सा वध गया। तो इस तरह सतगुरां दा एक बाज उड्डिया सीगा, वो पैंदे खान दे घर चलिया गया, वो उन्होंने लुको लिया, वो दिता ना मोड़ के। उस तो बाद गुस्सा गिला वधदा गया। पैंदे खान का विआह करता सीगा सतगुरां ने, लड़की हो गई सी, लड़की विआह दी सी, वो जवाई आ गया सी। तां एक बारी पठाना नाल जंग हुई, तो पैंदे खान जिहड़ा पठाना नाल लड़ गया। कहंदा यार मेरे च बहुत ताकत है, गुरु जिन्नी ताकत है, कहंदा मैं तुहानू जंग दे विच जिताऊंगा। तो पैंदे खान एंटी होकर लड़न आ गया। तो हरगोबिंद साहब जी दे नाल उन्हां पठाना ने इहनूं मूहरे करता, कहंदे आ जा। वो पैंदे खान तू आ जा, फिर अज दुश्मन बन के आया, मैं तेनों पुत्रा वांगू पालिया सी, पर आ जा, क्योंकि जो मांगे ठाकुर अपने ते सोई सोई देवै। किसी वेले सिख बन के बच्चा बन के पलिया, तो पातशाह ने दातां दित्तियां। अज लड़ाई करने वास्ते आया, पातशाह लड़ाई भी दिंदे, आ जा। जंग के मैदान च दोनों की लड़ाई होने लगी। पातशाह कहंदे लै भी अपने हथी लाया, दरख्त वड्ढना बहुत औखा है, तू आए कर पहला वार कर ला, कि तेरे मन में हसरत ना रह जे बई मैनू टाइम नहीं मिलिया। कहंदे पैंदे खान ने वार किया तीर का, पातशाह जी ने अपना घोड़ा हिला के बच गए। फिर दूजा वार भी देता, नेड़ियों इन्हें तलवार के नाल वार किया, पातशाह ने घोड़ा हिला के उस वार तो बच गए। कहंदे एक टाइम होर दिन्ने आ। उहनूं अपनी विद्या ते बड़ा ही माण सीगा, ते ताकत ते बड़ा मान सीगा।
कहते एक बारी होर कर ला। उन्हें दूजा तीजा वार किया, वो भी खाली निकल गया। पातशाह कहते खड़ जा, हुण साडा वार लैके जाई। हुण बस इन्ना टाइम ललकारा मारदियां ही पातशाह ने तलवार चलाई ते धौन तो बजी ते जनेऊ चीर पा गई। कहो सतनाम श्री। ऐ टेढ़ा बढ़ दिता ते डिग पिया। ते डिगदा होया मां नूं याद करदा, मैं गल करदा भी गुरु अंत वेले भी अपनिਆਂ ਨੂੰ संभालदा। कहो सतनाम। पैंदे खान नूं बचपन तो पा लिया सीगा, वड्डा कीता, विआहिया, बच्चे भी हो गए, पर अज एंटी हो गया। वड्डिया होया घोड़े तो डिग्या ते डिगदा होया कहंदा हाय मां। कहंदे गुरु साहब नूं लाज सीगी, अपनी ढाल उहदे मूँह ते करके कहंदे ओ पैंदिया मां कहण दा टाइम नहीं, कलमा पढ़ हुण। कहो सतनाम। कलमा पढ़न दा समा है। मैनू लाभा नहीं मिलना चाहिए कि गुरु कोले पलिया सी, ये मुक्त नहीं होयागा। जे मां नूं याद करो तो टेढ़ी जुन्ना में जाएगा। कलमा पढ़। तो अंत वेले पैंदे खान नूं कलमा पढ़ाया। सतगुर सबना दा भला बनाएंदा, तिसदा बुरा क्यों होए। गुरु तो सब दा भला सोचदा। इस करके सतगुरु पातशाह जी कहते जे गुरु वाले बन के नाम जपांगे तो प्रवान हो जाएंगे, नहीं तो फिर नहाता धोता थाए ना पाए। भावें बंदा अपने आप को किड्डा वड्डा धर्मी समझे, प्रवान नहीं हुंदा। जेहा आया तेहा जासी, कर अवगण पछोतावनिया। क्योंकि धार्मिक स्थानां ते बैठा धर्मी दिखाई, कई तो धार्मिक स्थानां ते जाके भी गलतियां करते हैं। हुण घटना घटी जी केसगढ़ साहिब वाली, उस मूर्ख मनुख ने जिस चीज़ नूं सतगुरां ने वड्डे पद्धर ते मनाही कीती आ कि सिखां ने तंबाकू नूं हत्थ भी नहीं लाउणा, तंबाकू दे नेड़े नहीं जाना, ते उस दी किड्डी वड्डी मूर्खता है कि पवित्र स्थान केसगढ़ साहिब दे अंदर उसने तंबाकू की वरतों जानबुझ के कीती। कहो सतनाम। इहो जे बंदे दा कित्थे भला होवेगा भला बई, जिहड़ा अपने आप नूं वड्डा धर्मी कहाउंदा है, किसी साध दा चेला वड्डे दा। तो सतगुरु पातशाह कहते जिहड़ा अपने आप को वड्डा धर्मी कहाउंदा है पर जीवन नहीं बदलिया, कले कपड़ियां नाल, कले तीर्थां दे नहाउण नाल कोई धर्मी नहीं हो सकता। नहावन चले तीर्थी, मन खोटे तन चोर, एक भाव लथी नहातियां, दोए भाव चढ़ी असहोर। पिछले पाप लाते, कहते मैं गंगा च नहा लिया, पिछले पाप लै गए, घरे आके दोबारे फिर शुरू करते, फिर उस नहाउण दा की फायदा। नहाता धोता थाए न पाई, जेहा आया तेहा जासी, कर अवगण पछोतावनिया। मन मुख अंधे किछू न सूझै। असल में जिहड़े मन दे मारे हुंदे आ, मनमुख हुंदे आ, वो अज्ञानता दे कारण अन्ने हुंदे आ। उन्हां नूं ज्ञान नहीं हुंदा, उन्हां दी मत मारी हुंदी आ। अज्ञानता दीआं अखां जिहड़ियां ज्ञान वालियां, वो ज्ञानता करके अन्ने हुंदे आ। ऊं तां दिसदा हुंदा है पर अज्ञान नहीं हुंदागा। मनमुख अंधे किछु न सूझै, ते हुण अन्ने नूं किहड़ा दिसदा है ते अज्ञानी नूं भी समझ नहीं आउंदी। मन लिखाए आए नहीं बूझै, उन्हां नूं इह नहीं पता कि मौत सब दे सिर ते कूकदी है, एक दिन सब ने मरना है। उन्हां नूं इस गल नहीं समझ नहीं आई, समझी नहीं ये गल। मनमुख कर्म करे नहीं पाए, उही मनमुखां वाले माड़े कर्म करदे है। बिन नावे जन्म गवावने आ, गुरु नाल जुड़े तो बगैर ही अपना जीवन खराब कर लेंदे है। सच करनी शब्द है सार। सच सच ते चलना ते करनी मतलब उहदे मुताबक जीवन बदलना, फिर गल बननी आ। सच करनी शब्द है सार, पूरे गुर पाईए मोख द्वार। पूरे गुरु नूं मिल के ही साडा जीवन जिहड़ा है वधिया बन सकदा है, मुक्ति हो सकदी आ। ते इत्थे मुक्ति मरण तो बाद दी गल नहीं कीती, गुरु ने जिउंदियां नूं ही मुक्त कीता, भरमां भुलेखिਆਂ तो, डरां तो, विषे विकारां तो चंगा जीवन दे के। कहो सत जिउंदे मुक्त कीते आ गुरु ने। इस करके मन लिखाए आए नहीं बूझे, मनमो कर्म करे नहीं पाए, बिन नावे जन्म गवावनिया। सच करनी शब्द है सार। शब्द नाल जुड़िए, गुरबाणी दे सार नूं समझिए, गुरबाणी दे तत्त नूं समझिए, ते जिवें बाणी कहंदी उवें चलीए। सो सिख सखा बंध पह भाई, जे गुर के भाणे विच आवे, अपने भाणे जो चलै भाई, विछड़ चोटां खावे, बिन सतगुर सो कदे न पावे भाई, फिर पछोतावे। इस करके
ਗੁਰੂ ਦੇ ਮੁਤਾਬਕ ਚੱਲ ਕੇ ਜੀਵਨ ਬਦਲੂਗਾ, ਵਰਨਾ ਕੇਵਲ ਧਾਰਮਿਕ ਚਿੰਨ੍ਹ ਪਾਇਆ ਗੱਲ ਨਹੀਂ ਬਣਨੀ। ਕਹੋ ਸਤਨਾਮ ਸ੍ਰੀ। ਸਪਸ਼ਟ ਹੈ ਕਹਾਣੀ। ਪੈਂਦੇ ਖਾਂ ਵੀ ਗੁਰਮਤਿ ਨਹੀਂ ਚੱਲਿਆ ਤਾਂ ਉਹ ਗੁਰੂ ਪਿਆਰਿਓ ਐਸਾ ਧੋਖਾ ਖਾ ਗਿਆ। ਗੁਰਮਤਿ ਅਨੁਸਾਰ ਗੁਰੂ ਅਰਜਨ ਦੇਵ ਜੀ ਦਾ ਵੱਡਾ ਭਾਈ ਪ੍ਰਿਥੀ ਚੰਦ ਨਹੀਂ ਚੱਲਿਆ ਤੇ ਗੁਰੂ ਦੀ ਖੁਸ਼ੀ ਨਹੀਂ ਲੈ ਸਕਿਆ। ਕਹੋ ਸਤਨਾਮ ਸ੍ਰੀ। ਇਸ ਕਰਕੇ ਗੁਰੂ ਪਿਆਰਿਓ ਪਾਤਸ਼ਾਹ ਕਹਿੰਦੇ ਜਿਹੜਾ ਗੁਰੂ ਦੇ ਮੁਤਾਬਕ ਚੱਲੇਗਾ ਗੱਲ ਤਾਂ ਬਣਨੀ ਆ। ਮਨਮੁਖ ਅੰਧੈ ਕਿਛੁ ਨ ਸੂਝੈ, ਮਨ ਲਿਖਾਏ ਆਏ ਨਹੀਂ ਬੂਝੈ, ਮਨਮੁਖ ਕਰਮ ਕਰੇ ਨਹੀਂ ਪਾਏ, ਬਿਨ ਨਾਵੇ ਜਨਮ ਗਵਾਵਣਿਆ। ਉਹਨਾਂ ਨੇ ਜਨਮ ਬਰਬਾਦ ਕਰ ਲਿਆ, ਖਰਾਬ ਕਰ ਲਿਆ। ਸੱਚ ਕਰਨੀ ਸ਼ਬਦ ਹੈ ਸਾਰ, ਤਾਂ ਤੇ ਆਓ ਸੱਚ ਨਾਲ ਜੁੜੀਏ, ਗੁਰਬਾਣੀ ਮੁਤਾਬਕ ਜੀਵਨ ਬਤੀਤ ਕਰੀਏ, ਸਾਰ ਤੱਤ ਨੂੰ ਸਮਝੀਏ। ਸਾਰ ਹੁੰਦਾ ਨਿਚੋੜ। ਕੋਈ ਦੁੱਧ ਦੇ ਵਿੱਚੋਂ ਫੈਂਟ ਵੇਖਦਾ ਹੈ ਤੇ ਫੈਂਟ ਕੀ ਹੁੰਦਾ ਹੈ ਵੀ ਇਹ ਦੁੱਧ ਕਿੰਨਾ ਕੁ ਸ਼ੁੱਧ ਹੈ, ਇਹ 'ਚ ਘਿਓ ਕਿੰਨਾ ਨਿਕਲੇਗਾ। ਕੋਈ ਸਤਨਾਮ। ਇਸੇ ਤਰ੍ਹਾਂ ਸਾਡੇ ਜੀਵਨ ਦਾ ਤੱਤ ਕੀ ਹੈ? ਪਰਮੇਸ਼ਰ ਨੂੰ ਪ੍ਰਾਪਤ ਕਰਨਾ ਸੱਚ ਨਾਲ ਜੁੜ ਕੇ। ਸਾਰ ਨੂੰ ਜਾਣੀਏ, ਪੂਰੇ ਗੁਰ ਪਾਈਐ ਮੋਖ ਦੁਆਰ, ਪੂਰੇ ਗੁਰੂ ਦੇ ਲੜ ਲਾ ਕੇ ਉਸ ਮੁਕਤੀ ਨੂੰ ਪ੍ਰਾਪਤ ਕਰੀਏ। ਅੰਡਨ ਬਾਣੀ ਸ਼ਬਦ ਸੁਣਾਏ, ਸੱਚ ਰਾਂਦੇ ਰੰਗ ਰੰਗਾਵਣਿਆ। ਇਹ ਸਤਿਗੁਰ ਦੀ ਬਾਣੀ ਤਾਂ ਰੋਜ਼ ਸਾਨੂੰ ਦੱਸਦੀ ਹੈ, ਪਰ ਜੇ ਕੋਈ ਸੁਣੇ ਨਾ ਫਿਰ ਗੁਰੂ ਕੀ ਕਰੇ? ਸਤਿਗੁਰ ਸਾਚਾ ਕਿਆ ਕਰੇ, ਜੋ ਸਿੱਖਾਂ ਮੈਂ ਚੋਕ, ਅੰਧੇ ਏਕ ਨਾ ਲੱਗ ਗਈ, ਜਿਉ ਬਾਂਸ ਵਜਾਈਏ ਫੂਕ। ਮੂਰਖ ਨੂੰ ਇੱਕ ਨਹੀਂ ਲੱਗਦੀ, ਜਿਵੇਂ ਬਾਂਸ ਦੇ ਵਿੱਚੋਂ ਹਵਾ ਪਾਰ ਨਿਕਲ ਜਾਂਦੀ ਹੈ, ਇਹ ਇੱਧਰ ਦੀ ਸੁਣ ਕੇ ਇੱਧਰ ਦੀ ਕੱਢ ਦਿੰਦਾ। ਕੋਈ ਸਤਨਾਮ ਸ੍ਰੀ। ਉਹਦਾ ਕੀ ਕੀਤਾ ਜਾ ਸਕਦਾ ਹੈ? ਅਨਦਿਨ ਬਾਣੀ ਸ਼ਬਦ ਸੁਣਾਏ, ਸੱਚ ਰਾਤੇ ਰੰਗ ਰਗਾਵਣਿਆ। ਆਓ ਗੁਰਬਾਣੀ ਮੁਤਾਬਕ ਚੱਲੀਏ ਤਾਂ ਸਾਡੇ ਜੀਵਨ ਦੇ ਵਿੱਚ ਸਾਨੂੰ ਰੰਗ ਚੜ੍ਹ ਸਕਦਾ ਬਾਣੀ ਦਾ, ਗੁਰੂ ਦਾ। ਰਹਿੰਦੇ ਚਾਰ ਪਦਿਆਂ ਦੀ ਵਿਚਾਰ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇ ਕਾ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਮਿਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।